जो कुलजिंदर सिद्धू है उन्हें भी दीप सिद्धू ते इल्ज़ाम लाए ने, सोनिया मान वालों भी इल्ज़ाम गल बड़ैच वालों भी इल्ज़ाम लाए ने, की कहना चाਹੁੰਦੇ ਉਹਦੇ ਬਾਰੇ? ਜਿਹੜਾ ਕੁਲਜਿੰਦਰ ਸਿੱਧੂ ਆ ਪਿਟਿਆ ਹੋਇਆ ਹੀਰੋ ਆ, ਉਹਨਾਂ ਪੈਸਿਆਂ ਦੀ ਜਿਹੜਾ ਸੰਗਤ ਵੱਲੋਂ ਇਹਦੀ ਸਪੋਰਟ ਇਹਦੀ ਫਿਲਮ ਚਲਾ ਕੇ ਇਹਨੂੰ ਦਿੱਤਾ ਗਿਆ, ਉਹਨਾਂ ਪੈਸਿਆਂ ਦੀ ਆ ਕੀਤਾ ਕੀ? ਕੋਈ ਸਕੂਲ ਨਹੀਂ ਖੋਲ੍ਹਿਆ, ਹਸਪਤਾਲ ਨਹੀਂ ਖੋਲ੍ਹਿਆ, ਕੋਈ ਆਪਣੀ ਪਰਸਨਲ ਪ੍ਰੋਪਰਟੀ ਨਹੀਂ ਬਣਾਈ, ਆਪਣੀਆਂ ਕੋਠੀਆਂ ਪਾ ਲੈਂਦਾ, ਗੱਡੀਆਂ ਲੈ ਲੈਂਦਾ, ਜੋ ਮਰਜ਼ੀ ਕਰ ਲੈਂਦਾ, ਪਰ ਉਹਦਾ ਕੀਤਾ ਕੀ? ਨਾਈ ਦੀਆਂ ਦੁਕਾਨਾਂ ਖੋਲ੍ਹੀਆਂ ਜੀ। ਜਿਹੜਾ ਇਹ ਬੰਦਾ ਆ ਇਹ ਪੁੱਠੇ ਰਾਹ ਤੁਰ ਪਿਆ ਆ, ਇਹਨੂੰ ਸਾਰੀ ਗੱਲ ਦਾ ਪਤਾ ਹੈ ਕਿ ਦੀਪ ਕੌਣ ਹੈ। ਤੂੰ ਦੀਪ ਦੀ ਕੰਟਰੋਵਰਸੀ 'ਚ ਆ ਕੇ ਫਿਲਮ ਚਲਾਉਣ ਦੀ ਕੋਸ਼ਿਸ਼ ਨਾ ਕਰ, ਸਾਡੀ ਸਲਾਹ ਆ ਉਸ ਬੰਦੇ ਨੂੰ। ਦੀਪ ਸਿੱਧੂ ਤੇ ਲੱਖੇ ਦੀ ਕੇਸ ਦੀ ਪੈਰਵਾਈ ਕਿੱਥੇ ਤੱਕ ਪਹੁੰਚੀ? ਖਸਦਾਣਾ ਆ ਉਹ ਤਾਂ ਅਜੇ ਪੀਓ ਆ ਜੀ। ਉਹਦਾ ਤਾਂ ਆਪਾਂ ਇਹੀ ਕੋਸ਼ਿਸ਼ ਕਰਨੇ ਆ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਐਵੇਂ ਹੀ ਸੰਗਤਾਂ ਆਪਣੇ ਕਲਾਵੇ 'ਚ ਲੈ ਕੇ ਰੱਖਣ, ਅਤੇ ਦੀਪ ਸਿੱਧੂ ਵਾਲਾ ਜਿਹੜਾ ਆ ਤਾਂ ਉਹਨੂੰ ਜਾਣਬੁੱਝ ਕੇ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਕੀਆਂ ਸਿੰਘਾਂ ਦੇ ਜਿਹੜੇ ਕੇਸ ਨੇ ਉਹ ਬਰੀ ਹੋਏ ਨੇ, ਉਸੇ ਆਧਾਰ ਦੇ ਉੱਤੇ ਹੀ ਜਿਹੜੀ ਜ਼ਮਾਨਤ ਆ ਉਹ ਦੀਪ ਸਿੱਧੂ ਦੀ ਵੀ ਹੋਏਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਰਾਜਵੀਰ ਸਿੰਘ। ਅੱਜ ਅਸੀਂ ਪਟਿਆਲਾ ਵਿਖੇ ਮੌਜੂਦ ਹਾਂ ਤੇ ਸਾਡੇ ਨਾਲ ਬਾਬਾ ਬਖਸ਼ੀਸ਼ ਸਿੰਘ ਜੀ ਨੇ, ਜੋ ਖਾੜਕੂ ਸੰਘਰਸ਼ ਦੇ ਵਿੱਚ ਵੀ ਸਰਗਰਮ ਰਹੇ ਨੇ ਤੇ ਅੱਜ ਵੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ, ਜੋ ਹਾਲ ਹੀ ਦੇ ਵਿੱਚ 14 ਤਰੀਕ ਦੀ ਜੋ ਰੈਲੀ ਹੋਈ ਆ, ਜੋ ਇਕੱਠ ਹੋਇਆ, ਉਸ ਦੇ ਬਾਰੇ ਕੀ ਕਹਿਣਾ? ਉਸ ਦੇ ਬਾਰੇ ਇਹ ਆ ਕਿ ਇੱਕ ਗੱਲ ਤਾਂ ਸਾਹਮਣੇ ਆ ਗਈ ਕਿ ਜਿਹੜਾ ਨੌਜਵਾਨ ਆ ਜੀ ਉਹ ਬਹੁਤ ਜ਼ਿਆਦਾ ਅਵੇਅਰ ਆ ਜੀ, ਅਤੇ ਉਹਨੂੰ ਪਤਾ ਆ ਵੀ ਅਸੀਂ ਕਿੱਥੇ ਜਾਣਾ ਅਤੇ ਕਿੱਥੇ ਨਹੀਂ ਜਾਣਾ ਜੀ। ਜਿਹੜੇ ਲੀਡਰਾਂ ਨੇ ਪੁਰਾਣੀ ਜਿਹੜੀ ਰਵਾਇਤ ਆ ਉਹ 'ਚ ਲਾਲਚ ਦੇ ਕੇ ਲਿਆਉਣਾ, ਹੋਰ ਬੜਾ ਕੁਛ ਕਰਕੇ ਨੌਜਵਾਨਾਂ ਨੂੰ ਪ੍ਰੇਰ ਕਰਕੇ ਲਿਆਉਣਾ, ਪਰ ਇੱਕ ਆਵਾਜ਼ ਦੇ ਉੱਤੇ ਲੋਕਾਂ ਨੇ ਇਕੱਠੇ ਹੋਣਾ, ਇਹ ਇਸ ਸੰਘਰਸ਼ ਦੀ ਪਵਿੱਤਰਤਾ ਅਤੇ ਖੂਬਸੂਰਤੀ ਆ, ਜਿਹਦੇ ਕਰਕੇ ਆਪ ਮੁਹਾਰੇ ਲੋਕ ਇੱਥੇ ਪਹੁੰਚੇ ਨੇ। ਪਿਛਲੀ ਜਿਹੜੀ ਰੈਲੀ ਸੀਗੀ, ਜਿਹੜੀ ਮਹਿਰਾਜ ਸੀਗੀ ਜੀ, ਉਹਦੇ ਉੱਤੇ ਬਹੁਤ ਲੋਕਾਂ ਨੇ ਤੰਜ ਕੱਸੇ ਸਨ ਵੀ ਇਹ ਕਾਂਗਰਸ ਦੀ ਹੈ ਜੀ, ਇਹ ਫਲਾਣੇ ਦੀ ਹੈ ਜੀ, ਇਹ ਤੁਹਾਡੇ ਸਾਹਮਣੇ ਬੜੀਆਂ ਅਜਿਹੀਆਂ ਗੱਲਾਂ ਆਈਆਂ ਜੀ। ਤਾਂ ਇਹ ਆਪਾਂ ਇਸ ਕਰਕੇ ਹੀ ਅਗਲੇ ਪੜਾਅ 'ਚ ਗਏ ਸੀ ਵੀ ਜਿਹੜੀ ਸੰਗਤ ਆ ਜੀ ਉਹ ਸਭ ਕੁਝ ਸਮਝਦੀ ਆ, ਅਤੇ ਸੰਗਤਾਂ ਦੇ ਵਿੱਚ ਇੱਕ ਅਵੇਅਰਨੈਸ ਜਿਹੜੀ ਆ ਉਹ ਬਹੁਤ ਜ਼ਿਆਦਾ ਪੱਧਰ 'ਤੇ ਆ, ਉਹਨਾਂ ਦਾ ਜਿਹੜਾ ਲੈਵਲ ਇੰਨਾ ਉੱਚਾ ਹੋ ਗਿਆ ਆ ਕਿ ਉਸ ਇੱਕ ਛੋਟੀ ਛੋਟੀ ਗੱਲ ਨੂੰ ਵੀ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ। ਅਤੇ ਜਿਹੜਾ ਸਾਡੇ ਕੋਲ ਜਿਹੜਾ ਮੈਸੇਜ ਲਗਾਤਾਰ ਆ ਰਿਹਾ ਸੀ ਕਿ ਕੁਛ ਜਿਹੜੇ ਲੀਡਰ ਨੇ ਉਹਨਾਂ ਨੇ ਵਿੱਚ ਵਿਚਾਲੇ ਵਾਲੀ ਕੋਈ ਰਾਹ ਲੱਭਣ ਦੀ ਕੋਈ ਗੱਲ ਕੀਤੀ ਆ, ਉਹ ਸਾਨੂੰ ਫਿਕਰ ਸੀਗਾ ਅਤੇ ਅਸੀਂ ਲੋਕਾਂ ਦੇ ਵਿੱਚ ਜਿਹੜੀ ਇਹ ਗੱਲ ਆਪਣੀ ਪਹੁੰਚਾਉਣੀ ਚਾਹੁੰਦੇ ਹਾਂ ਵੀ ਆਪਾਂ 300 ਦੇ ਕਰੀਬ ਜਿਹੜੀਆਂ ਸਾਡੀਆਂ ਕੁਰਬਾਨੀਆਂ ਹੋਈਆਂ ਨੇ, ਭਾਈ ਨਵਰੀਤ ਸਿੰਘ ਦੀ ਸ਼ਹਾਦਤ ਹੋਈ ਆ, ਤਾਂ ਉਹ ਇੰਨੇ ਵੱਡੇ ਤੇ ਤੋਂ 300 ਬੰਦੇ ਤੇ ਸਾਡੇ ਤੇ ਪਰਚਾ ਦਰਜ ਹੋ ਗਿਆ, ਦੀਪ ਸਿੱਧੂ ਅੰਦਰ ਆ, ਲੱਖਾ ਸਦਾਣਾ ਭਗੌੜਾ ਆ। ਸੋ ਇਹ ਸਾਰੇ ਕੁਝ ਨੂੰ ਦੇਖਦਿਆਂ ਹੋਇਆਂ ਸਾਡੇ ਮਨਾਂ 'ਚ ਇਹ ਗੱਲ ਸੀ ਵੀ ਨੌਜਵਾਨਾਂ ਦੇ ਵਿੱਚ ਅਤੇ ਆਪਣੇ ਬਜ਼ੁਰਗਾਂ ਮਾਵਾਂ ਭੈਣਾਂ ਦੇ ਵਿੱਚ ਇਹ ਗੱਲ ਜਿਹੜੀ ਸਿੱਧੇ ਤੌਰ 'ਤੇ ਪਹੁੰਚਾਈ ਜਾਏ ਲੋਕਾਂ ਨੂੰ ਇਕੱਠੇ ਕਰਕੇ, ਕਿ ਆਪਾਂ ਐਡੀ ਵੱਡੀ ਗੱਲ ਹੋਣ ਤੋਂ ਬਾਅਦ, ਕਿਉਂਕਿ ਇਹ ਗੱਲ ਤਾਂ ਸਾਨੂੰ ਉਹ ਪੰਜਾਬ ਦੀਆਂ ਸਰਹੱਦਾਂ 'ਤੇ ਬੈਠੇ ਹੀ ਦਿੰਦੇ ਸੀ, ਅਮੈਂਡਮੈਂਟਸ ਤਾਂ ਉਦੋਂ ਵੀ ਕਰਨ ਲਈ ਤਿਆਰ ਸੀ ਉਹ, ਪਰ ਜਿਹੜਾ ਮੁਕੰਮਲ 3 ਕਾਨੂੰਨ ਰੱਦ, ਜਿਵੇਂ ਰਾਜੇਵਾਲ ਹੋਣਾ ਨੇ ਪਹਿਲਾਂ ਯੈਸ ਜਾਂ ਨੋ ਵਾਲੀ ਗੱਲ ਕੀਤੀ ਸੀ, ਮੁਕੰਮਲ ਜਿਹੜੇ ਨੇ ਕਾਨੂੰਨ ਰੱਦ ਕਰਾਉਣ ਦੀ, ਉਹ ਅਸੀਂ ਲੋਕਾਂ 'ਚ ਆਪਣੀ ਗੱਲ ਲਿਜਾਣ 'ਚ ਕਾਮਯਾਬ ਹੋਏ ਹਾਂ ਅਤੇ ਲੋਕਾਂ ਨੂੰ ਆਪਣਾ ਸੁਨੇਹਾ ਦੇਣ 'ਚ ਕਾਮਯਾਬ ਹੋਏ ਹਾਂ ਕਿ ਆਪਾਂ ਲੋਕਾਂ ਨੇ ਇਸ ਗੱਲ ਨੂੰ ਪ੍ਰਵਾਨਗੀ ਦਿੱਤੀ ਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਬਿਨਾਂ ਕਾਨੂੰਨ ਰੱਦ ਕਰਾਏ ਅਮੈਂਡਮੈਂਟਸ ਕਰਾ ਕੇ ਵਾਪਸ ਆਉਣਾ ਚਾਹੁੰਦੇ ਹੋ, ਅਤੇ ਲੋਕਾਂ ਨੇ ਭਰਵੀਂ ਆਵਾਜ਼ 'ਚ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਗੱਲ 'ਤੇ ਮੋਹਰ ਲਾਈ ਕਿ ਨਹੀਂ, ਅਸੀਂ ਤਿੰਨੋਂ ਕਾਨੂੰਨ ਰੱਦ ਕਰਾਏ ਬਿਨਾਂ ਵਾਪਸ ਨਹੀਂ ਮੁੜਾਂਗੇ। ਸੋ ਸਾਡੇ ਲੀਡਰ ਵੀ ਜਿਹੜੇ ਨੇ ਉਹ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਨ ਅਤੇ ਅਸੀਂ ਉਹਨਾਂ ਦੇ ਨਾਲ ਜੀ। ਸੋ ਬਾਬਾ ਜੀ, ਹਾਲ ਹੀ ਦੇ ਵਿੱਚ ਤੁਹਾਡੇ ਸਟੇਜ ਤੋਂ ਬੋਲ ਕੇ ਗਏ ਨੇ ਜੋ ਸਰਜੀਤ ਫੂਲ ਹੋਰੀ ਨੇ, ਪਹਿਲਾਂ ਉਹ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਬਾਰੇ ਉਹਨਾਂ ਦੇ ਵਿਚਾਰ ਵਟਾਂਦਰੇ ਕੁਛ ਹੋਰ ਸੀ, ਹੁਣ ਜਥੇਬੰਦੀਆਂ ਦਾ ਲੱਗਦਾ ਕੋਈ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ ਅਪਣਾਉਂਦੀਆਂ ਨੇ? ਦੇਖੋ, ਅਪਣਾਉਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਸਾਡੇ ਵਿੱਚ ਵਿਚਾਲੇ ਜਿਹੜੇ ਕਈ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਤੋਰੀ ਫੁਲਕਾਈ ਕੰਟਰੋਵਰਸੀ 'ਤੇ ਚੱਲਦਾ ਆ ਜੀ, ਅਤੇ ਉਹਨਾਂ ਨੇ ਵੀ ਦੀਪ ਸਿੱਧੂ ਦਾ ਇੱਕ ਹਊਆ ਖੜਾ ਕਰਤਾ ਵੀ ਇਹ ਤਾਂ BJP 'ਚੋਂ ਆਇਆ ਜੀ, ਇਹ ਤਾਂ RSS ਦਾ ਜੀ, ਇੱਦਾਂ ਆ ਨਾ, ਉਹ ਸਾਰੀਆਂ ਗੱਲਾਂ ਕਰਕੇ ਅਤੇ ਜਿਹੜੇ ਕਿਸਾਨ ਯੂਨੀਅਨਾਂ ਦੇ ਵਿੱਚ ਅਤੇ ਸਾਡੇ ਵਿੱਚ ਇੱਕ ਵਖਰੇਵਾਂ ਜਿਹੜਾ ਖੜਾ ਕਰ ਦਿੱਤਾ ਸੀ, ਉਹਨੂੰ ਮਿਟਾਉਣ ਦੀ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ। ਜਿਹੜੀਆਂ ਵੀ ਕੋਈ ਅਜਿਹੀਆਂ ਗੱਲਾਂ ਕਹੀਆਂ ਗਈਆਂ ਨੇ, ਉਹ ਸ਼ਬਦ ਵੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਅੱਗੇ ਤੋਂ ਆਪਾਂ ਇਹਦਾ ਗੁਰੇਜ਼ ਕਰੀਏ, ਜੇ ਆਪਾਂ ਸੰਘਰਸ਼ ਜਿੱਤਣਾ ਆ ਅਤੇ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ। ਸੋ ਸਾਨੂੰ 100% ਜਿਹੜੀ ਆ
100 ਨਹੀਂ 110% ਹੀ ਉਮੀਦ ਆ। ਸ਼ਹੀਦ ਨਵਰੀਤ ਸਿੰਘ ਦੇ ਜਿਹੜੇ ਦਾਦਾ ਜੀ ਨੇ ਭਾਈ ਹਰਦੀਪ ਸਿੰਘ ਡਿਬੜੀਵਾ, ਉਹਨਾਂ ਨੇ ਸਾਡੇ ਨਾਲ ਜਿਹੜੀ ਗੱਲ ਕੀਤੀ ਸੀ ਤੇ ਉਹ ਤੇ ਅਸੀਂ ਰਲ ਕੇ ਇੱਕ ਪੁਲ ਦਾ ਕੰਮ ਕਰਾਂਗੇ, ਜਿਹੜਾ ਇੱਕ ਵੱਡੀ ਵਿੱਥ ਪੈ ਗਈ ਸੀ ਉਹਨੂੰ ਜੋੜ ਲਿਆ ਗਿਆ, ਇੱਕ ਪੁਲ ਉਸਾਰ ਲਿਆ ਗਿਆ, ਉਹਦੇ ਉੱਤੇ ਚੜ੍ਹ ਕੇ ਸਾਰੇ ਹੀ ਅਸੀਂ ਪਾਰ ਹੋ ਕੇ ਇੱਕ ਦੂਜੇ ਨਾਲ ਜਿਹੜਾ ਮੇਲ ਮਿਲਾਪ ਵਧਾ ਕੇ ਤੇ ਅਸੀਂ ਦਿੱਲੀ ਨਾਲ ਫੈਸਲਾ ਕੁਨ ਲੜਾਈ ਲੜਾਂਗੇ। ਸਾਨੂੰ ਬਹੁਤ ਉਮੀਦਾਂ ਨੇ ਕਿ ਦੋਨੋਂ ਨੌਜਵਾਨ ਜਿਹੜੇ ਨੇ ਇਕੱਠੇ ਹੋ ਕੇ ਇਹਨਾਂ ਦੇ ਮਗਰ ਜਿਹੜੀ ਲੰਮੀ ਲਾਈਨ ਆ ਜਿਹੜੀ ਨੌਜਵਾਨੀ ਦੀ, ਉਹ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਾਂ ਇਹ ਜਿਹੜਾ ਸੰਘਰਸ਼ ਹੈ ਇਹ ਜਿੱਤਾਂਗੇ। ਸਾਨੂੰ ਉਮੀਦ ਹੈ ਕਿ ਬਹੁਤ ਮਤਲਬ ਕਿ ਚੰਗਾ ਮੈਸੇਜ ਥੋੜ੍ਹੇ ਦਿਨਾਂ ਦੇ ਵਿੱਚ ਸੰਗਤ ਨੂੰ ਮਿਲੇਗਾ ਤੇ ਉਮੀਦਾਂ ਨੇ ਕਿ ਸਾਰੀ ਕੁੜੱਤਣ ਦੂਰ ਕਰ ਲਈ ਜਾਏਗੀ। ਸਾਡੀ ਇਹ 100% ਕੋਸ਼ਿਸ਼ ਹੈ ਪੂਰੀ ਇਮਾਨਦਾਰੀ ਦੇ ਨਾਲ ਕਿ ਜਿੱਦਾਂ ਅਸੀਂ ਦੀਪ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਤੇ ਬਾਬਾ ਹਰਦੀਪ ਸਿੰਘ ਮਹਾਰਾਜ ਨੇ ਉਹ ਲੱਖੇ ਸਿਧਾਣੇ ਵੱਲੋਂ ਕਰ ਰਹੇ ਨੇ ਤੇ ਉਧਰੋਂ ਬਾਪੂ ਜੀ ਸਾਡੇ ਕੋਲ ਆਏ ਨੇ, ਸਰਜੀਤ ਫੂਲ ਜੀ ਹੁਣੀ ਆਏ ਨੇ। ਇਸ ਤਰ੍ਹਾਂ ਸਾਡਾ ਜਿਹੜਾ ਤਾਲਮੇਲ ਜਿਹੜਾ ਹੋ ਰਿਹਾ ਤੇ ਅਸੀਂ ਭਵਿੱਖ ਦੇ ਵਿੱਚ ਜਿਹੜਾ ਉਹ ਚੰਗਾ ਮੈਸੇਜ ਆਊਗਾ ਤਾਂ ਅਸੀਂ ਜਿੱਤ ਕੇ ਵਾਪਸ ਮੁੜਾਂਗੇ ਜੀ। ਸੋ ਬਾਬਾ ਜੀ ਲੱਗਦਾ ਨਹੀਂ 26 ਜਨਵਰੀ ਦੀ ਜੋ ਘਟਨਾ ਸੀਗੀ ਉਸ ਦੇ ਵਿੱਚ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਘਾਟ ਰਹੀ ਆ, ਪਰ ਦੀਪ ਸਿੱਧੂ ਤੇ ਲੱਖੇ ਸਿਧਾਣੇ ਉੱਪਰ ਜ਼ਿਆਦਾ ਤੰਜ ਕਸੇ ਆਪਣੀ ਜਾਣੀ ਕਿ ਗਲਤੀ ਨੂੰ ਛੁਪਾਉਣ ਖਾਤਰ? ਮੈਂ ਤੁਹਾਨੂੰ ਦੱਸਦਾ ਕਿ ਵੇਖੋ ਗਲਤੀਆਂ ਤਾਂ ਹੋਈਆਂ ਨੇ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ। ਗਲਤੀਆਂ ਹੋ ਗਈਆਂ ਨੇ, ਗੌਰਮੈਂਟ ਦਾ ਜਿਹੜਾ ਪ੍ਰੈਸ਼ਰ ਸੀਗਾ ਉਹ ਇਹਨਾਂ ਦੇ ਬਹੁਤ ਜ਼ਿਆਦਾ ਸੀ। ਉਸ ਪ੍ਰੈਸ਼ਰ ਕਰਕੇ ਬਹੁਤ ਜਿਹੜਾ ਆ ਉਹ ਉਲ ਜਲੂਲ ਬਿਆਨ ਵੀ ਦਿੱਤੇ ਗਏ ਨੇ, ਪਰ ਆਪਾਂ ਹੁਣ ਚਾਹਾਂਗੇ ਕਿ ਉਹ ਵਾਪਸ ਉੱਧਰ ਨੂੰ ਨਾ ਜਾਇਆ ਜਾਏ, ਉਹ ਸਾਰੀਆਂ ਗੱਲਾਂ ਨੂੰ ਖ਼ਤਮ ਕਰਕੇ ਤੇ ਭਰੋਸੇਯੋਗਤਾ ਨਾਲ ਅੱਗੇ ਵਧਿਆ ਜਾਏ, ਇੱਕ ਦੂਜੇ 'ਤੇ ਭਰੋਸਾ ਪ੍ਰਗਟ ਕੀਤਾ ਜਾਏ। ਕਿਉਂਕਿ ਇਹ ਕੋਈ ਜਿਹੜੀ ਇਹ ਹਥਿਆਰਬੰਦ ਲੜਾਈ ਤਾਂ ਹੈ ਨਹੀਂ, ਇੱਕ ਓਪਨ ਖੁੱਲ੍ਹੀ ਕਿਤਾਬ ਸੰਘਰਸ਼ ਹੈ। ਇਹਦੇ ਵਿੱਚ ਤਾਂ ਸਿਰਫ ਇੱਕ ਦੂਜੇ ਦੇ ਭਰੋਸੇ ਦੀ ਲੋੜ ਆ, ਕਿਉਂਕਿ ਇਹ ਜਿਹੜਾ ਵਕਤੀ ਤੌਰ 'ਤੇ ਅਸੀਂ ਸਾਰੇ ਇਕੱਠੇ ਹੋਏ ਹਾਂ, ਜਿਹੜੀਆਂ ਸਦੀਵੀ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਜੇ ਕਿਸੇ ਨੂੰ ਕਿਸੇ 'ਤੇ ਕੋਈ ਸ਼ੌਂਕਾ ਆ ਉਹ ਨਾ ਆਪਣੀ ਜਥੇਬੰਦੀ ਦਾ ਉਹਨੂੰ ਮੈਂਬਰ ਬਣਾਏ, ਕਿਉਂਕਿ ਇਸ ਸੰਘਰਸ਼ ਦੇ ਵਿੱਚ ਤੇ ਆਪਾਂ ਅੱਗੇ ਇੱਕ ਦੂਜੇ ਦੀ ਤਾਕਤ ਨਾਲ ਵਧਣਾ ਆ। ਬੀਜੇਪੀ ਦਾ ਜਿਹੜਾ RSS ਦਾ ਕਿਲਾ ਆ ਉਹ ਢਾਉਣ ਲਈ ਏਕੇ ਦੀ ਬਹੁਤ ਜ਼ਰੂਰਤ ਆ ਜੀ। ਸੋ ਬਾਬਾ ਜੀ ਪਿੱਛੇ ਜੇ ਜੋ ਕੁਲਜਿੰਦਰ ਸਿੱਧੂ ਹੈ ਉਹਨੇ ਵੀ ਦੀਪ ਸਿੱਧੂ ਤੇ ਇਲਜ਼ਾਮ ਲਾਏ ਨੇ, ਸੋਨੀਆ ਮਾਨ ਵੱਲੋਂ ਵੀ ਇਲਜ਼ਾਮ, ਗੱਲ ਬੜੈਚ ਵੱਲੋਂ ਵੀ ਇਲਜ਼ਾਮ ਲਾਏ ਨੇ, ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਦੇਖੋ ਜਿਹੜਾ ਕੁਲਜਿੰਦਰ ਸਿੱਧੂ ਆ ਜੀ, ਉਹਦੇ ਰੌਲੇ ਹੋਰ ਨੇ ਜੀ, ਤੇ ਪਰ ਉਹਦੀ ਇੱਕ ਫਿਲਮ ਆਉਣੀ ਆ ਜੀ, ਗੁਰਮੁਖ ਜੀ, ਤੇ ਉਹ ਇੱਕ ਬਹੁਤ ਹੀ ਪਿਟਿਆ ਹੋਇਆ ਹੀਰੋ ਆ ਜੀ। ਉਹ ਇਸ ਕਰਕੇ ਪਿਟ ਗਿਆ ਕਿ ਉਹਨੇ ਸਾਡਾ ਹੱਕ ਮੂਵੀ ਬਣਾਈ ਸੀ, ਉਹ ਮੂਵੀ ਬੈਨ ਹੋ ਗਈ ਸੀ ਜੀ। ਬੈਨ ਹੋਣ ਤੋਂ ਬਾਅਦ ਜਿਹੜੀ ਸਾਡੀ ਸਿੱਖ ਸੰਗਤ ਸੀਗੀ ਜੀ, ਉਹ ਭਾਈ ਹਵਾਰੇ ਨੂੰ ਬਹੁਤ ਪਿਆਰ ਕਰਦੀ ਹੈ ਜੀ, ਤੇ ਆਪਣੇ ਦਿਲਾਂ 'ਚ ਉਹਨੂੰ ਵਸਾਇਆ ਹੋਇਆ, ਕਿਉਂਕਿ ਉਹਨੇ ਬਹੁਤ ਵੱਡੇ ਇੱਕ ਜ਼ਾਲਮ ਨੂੰ ਸੋਧਾ ਲਾਇਆ ਸੀ। ਇਸ ਕਰਕੇ ਉਹ ਸਾਰੇ ਜਿੰਨੇ ਵੀ ਅਸੀਂ ਹੈਗੇ ਆ ਉਹ ਸਾਡੇ ਦਿਲਾਂ 'ਚ ਵੱਸਦਾ ਆ। ਉਹਦੀ ਫਿਲਮ ਨੂੰ ਲੈ ਕੇ, ਉਹਦੇ ਸਾਥੀਆਂ ਸਮੇਤ ਉਹਦੀ ਫਿਲਮ ਨੂੰ ਲੈ ਕੇ ਜਿਹੜੀ ਇੱਕ ਵੱਡੀ ਲੋਕਾਂ ਦੇ ਮਨਾਂ 'ਚ ਆਸ ਸੀ ਕਿ ਅਸੀਂ ਵੇਖੀਏ ਕਿ ਇਹਦੇ ਵਿੱਚ ਕੀ ਹੋਇਆ, ਕਿਉਂਕਿ ਖੁੱਲ੍ਹ ਕੇ ਉਹ 'ਚ ਦੱਸਿਆ ਗਿਆ। ਸੋ ਉਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਤੇ ਸਾਰੀ ਸਿੱਖ ਸੰਗਤ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ। ਉਹਨਾਂ ਪੈਸਿਆਂ ਦੀ ਜਿਹੜਾ ਸੰਗਤ ਵੱਲੋਂ ਇਹਦੀ ਸਪੋਰਟ, ਇਹਦੀ ਫਿਲਮ ਚਲਾ ਕੇ ਇਹਨੂੰ ਦਿੱਤਾ ਗਿਆ, ਉਹਨਾਂ ਪੈਸਿਆਂ ਦੀ ਕੀਤਾ ਕੀ, ਕੋਈ ਸਕੂਲ ਨਹੀਂ ਖੋਲ੍ਹਿਆ, ਹਸਪਤਾਲ ਨਹੀਂ ਖੋਲ੍ਹਿਆ, ਕੋਈ ਆਪਣੀ ਪਰਸਨਲ ਪ੍ਰੋਪਰਟੀ ਨਹੀਂ ਬਣਾਈ, ਆਪਣੀਆਂ ਕੋਠੀਆਂ ਪਾ ਲੈਂਦਾ, ਗੱਡੀਆਂ ਲੈ ਲੈਂਦਾ, ਜੋ ਮਰਜ਼ੀ ਕਰ ਲੈਂਦਾ, ਪਰ ਉਹਦਾ ਕੀਤਾ ਕੀ, ਨਾਈ ਦੀਆਂ ਦੁਕਾਨਾਂ ਖੋਲ੍ਹੀਆਂ ਜੀ, ਠੀਕ ਹੈ ਜੀ, ਅਤੇ ਇੱਕ ਸਲੂਨ ਖੋਲ੍ਹ ਲਿਆ। ਆਪਣੇ ਸਿੱਖ ਸੰਗਤਾਂ ਦਾ ਜਿਹੜਾ ਪੈਸਾ ਸੀ, ਸਭ ਤੋਂ ਵੱਡਾ ਸਾਨੂੰ ਉਹਦੇ 'ਤੇ ਜਿਹੜਾ ਸਿੱਧਾ ਗੁੱਸਾ ਆ, ਮੈਨੂੰ ਗੁੱਸਾ ਆ ਬਹੁਤ ਜ਼ਿਆਦਾ ਕਿ ਕੁਲਜਿੰਦਰ ਸਿੱਧੂ ਜਿਹੜਾ ਆ ਉਹਦਾ ਬਹੁਤ ਹੀ ਛੋਟੀ ਉਮਰ ਦਾ ਮਾਸੂਮ ਭਰਾ ਇਸ ਮੂਮੈਂਟ ਦੇ ਵਿੱਚ ਸ਼ਹੀਦ ਹੋਇਆ ਆ ਤੇ ਬੜੀ ਵੱਡੀ ਦੇਣ ਆ ਇਸ ਪਰਿਵਾਰ ਦੀ। ਤੇ ਜਿਹੜਾ ਇਹ ਬੰਦਾ ਆ ਇਹ ਪੁੱਠੇ ਰਾਹ ਤੁਰ ਪਿਆ ਆ, ਇਹਨੂੰ ਸਾਰੀ ਗੱਲ ਦਾ ਪਤਾ ਹੈ ਕਿ ਦੀਪ ਕੌਣ ਹੈ, ਐਨ ਸਪਸ਼ਟ ਪਤਾ ਹੈ, ਪਰ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਇਹ ਗੱਲ ਲਿਖ ਕੇ ਪਾ ਦਿਓ ਨਾ, ਲੱਖਾ ਸਿਧਾਣਾ ਜਿੰਦਾਬਾਦ, ਤਾਂ ਉਹਦੇ ਮਤਲਬ ਕਿ ਲੱਖਾਂ 'ਚ ਵਿਊ ਚਲੇ ਜਾਂਦੇ ਨੇ। ਅੱਜ ਤੁਸੀਂ ਦੀਪ ਸਿੱਧੂ ਦਾ ਇੱਕ ਪੋਸਟਰ ਉੱਤੇ ਪਾ ਕੇ ਸਿਰਫ ਇੰਨੇ ਹੀ ਲਿਖ ਦਿਓ, ਪੰਜਾਬ ਦਾ ਸ਼ੇਰ ਦੀਪ ਸਿੱਧੂ ਜਿੰਦਾਬਾਦ, ਦੀਪ ਸਿੱਧੂ ਆ, ਜਦੋਂ ਇੱਦਾਂ ਲਿਖੋਗੇ ਨਾ ਤੇ ਉਹਦੇ ਲੱਖਾਂ ਦੀ ਵਿਊ ਆ ਜਾਂਦੇ ਨੇ ਦੀਪ ਦੀ ਫੋਟੋ ਦੇ ਉੱਤੇ। ਸੋ ਉਹਨੂੰ ਪਤਾ ਸੀ ਵੀ ਜੇ ਮੈਂ ਕੋਈ ਵੀ ਕੰਟਰੋਵਰਸ਼ਲ ਗੱਲ ਕਰਾਂਗਾ ਤੇ ਮੇਰੀ ਦੁਨੀਆ ਤੇ ਗੱਲ ਜਾਊਗੀ, ਤੇ ਪਿੱਛੇ ਗੁਰਮੁਖ ਫਿਲਮ ਦਾ ਪੋਸਟਰ ਆ, ਤੁਸੀਂ ਧਿਆਨ ਨਾਲ ਵੇਖਿਓ, ਤੇ ਉਹਨੇ ਮਾਰਕੀਟਿੰਗ ਕੀਤੀ ਆ ਤੇ ਗੁਰਮੁਖ ਫਿਲਮ ਜਿਹੜੀ ਉਹਦੀ ਆਉਣੀ ਆ। ਸੋ ਪਬਲਿਸਿਟੀ ਸਟੰਟ ਕਹਿੰਦੇ ਹੋ ਤੁਸੀਂ? 100% ਜੀ, 100% ਹੀ, ਕਿਉਂਕਿ ਸਾਨੂੰ ਇਹਦੇ ਤੋਂ ਉਮੀਦ ਨਹੀਂ ਸੀ ਹੈਗੀ। ਇੱਥੇ ਸਾਨੂੰ ਗੁੱਸਾ ਤਾਂ ਵੱਧਦਾ
ਕਿ ਸਾਡੇ ਨਾਲ ਰਿਲੇਟਡ ਆ, ਇਹਦਾ ਭਰਾ ਸ਼ਹੀਦ ਹੋਇਆ ਆ, ਠੀਕ ਹੈ ਜੀ। ਇਸ ਕਰਕੇ ਸਾਨੂੰ ਇਹ 'ਤੇ ਵੱਧ ਗੁੱਸਾ ਆ, ਕਿਉਂਕਿ ਬਾਕੀ ਹੋਰ ਬੜੇ ਲੋਕ ਜਿਹੜਾ ਬਕਵਾਸ ਕਰਦੇ ਨੇ, ਭੌਂਕਦੇ ਨੇ, ਉਹਨਾਂ 'ਤੇ ਸਾਨੂੰ ਗੁੱਸਾ ਨਹੀਂ ਹੈਗਾ ਬਿਲਕੁਲ ਹੀ, ਕਿਉਂਕਿ ਲੋਕਾਂ ਦਾ ਕੰਮ ਹੈ ਜੀ ਕੰਮ ਕਰਨਾ। ਤੇ ਗੁੱਸਾ ਉੱਤੇ ਹੁੰਦਾ ਜਿਹੜਾ ਆਪਣਾ ਰਿਹਾ ਹੋਏ, ਜਿੱਤੇ ਕਦੀ ਮਾਣ ਮਹਿਸੂਸ ਕੀਤਾ ਹੋਏ, ਜਿਹਨੇ ਭਾਈ ਹਵਾਰੇ ਦਾ ਰੋਲ ਨਿਭਾਇਆ ਹੋਏ, ਤਾਂ ਉਹ ਸੰਗਤਾਂ ਨੇ ਇੰਨਾ ਜ਼ਿਆਦਾ ਭਰੋਸਾ ਪ੍ਰਗਟ ਕੀਤਾ, ਉਸ ਭਰੋਸੇ ਦਾ ਜਿਹੜਾ ਸੀ ਉਹਨੇ ਲੱਕ ਤੋੜ ਦਿੱਤਾ ਫੜ ਕੇ। ਸੋ ਜਿਹੜੇ ਬੰਦੇ ਦਾ ਇੱਕ ਮਾਸੂਮ ਭਰਾ, ਛੋਟੀ ਉਮਰ ਦਾ ਭਰਾ ਇਹਦਾ ਜਿਹੜਾ ਸੀਗਾ, ਉਹ ਸ਼ਹੀਦ ਹੋਇਆ ਇਸ ਮੂਮੈਂਟ ਦੇ ਵਿੱਚ, ਤੇ ਵੱਡੀ ਕੁਰਬਾਨੀ ਹੈ ਇਹਨਾਂ ਦੇ ਪਰਿਵਾਰ ਦੀ, ਤਾਂ ਉਹ ਬੰਦੇ ਤੋਂ ਸਾਨੂੰ ਇਹ ਉਮੀਦ ਨਹੀਂ ਕਿ ਉਹ ਦੀਪ ਵਰਗੇ ਬੰਦੇ ਦਾ ਵਿਰੋਧ ਕਰੇ, ਜਿਨੇ ਸਿੱਖ ਹਿਸਟਰੀ ਦੇ ਵਿੱਚ ਇੱਕ ਮੀਲ ਪੱਥਰ ਗੱਡਿਆ ਆ। ਜਦੋਂ ਵੀ ਅਗਲੇ 50 ਸਾਲਾਂ ਬਾਅਦ ਕੋਈ ਤਵਾਰੀਖ ਲਿਖੇਗਾ ਤਾਂ ਉਹਦੇ ਵਿੱਚ ਇਹਨਾਂ ਯੋਧਿਆਂ ਦਾ, ਜਿਨ੍ਹਾਂ ਨੇ ਜਾ ਕੇ ਲਾਲ ਕਿਲੇ ਦੇ ਉੱਤੇ ਝੰਡਾ ਹੋਰਾਂ ਨੇ ਵੀ ਚੜਾਇਆ, ਉੱਥੇ ਗਏ ਵੀ ਨੇ ਲੋਕ, ਪਰ ਐਕਸੈਪਟ ਬਹੁਤ ਘੱਟ ਲੋਕਾਂ ਨੇ ਕੀਤਾ। ਉਹਨੇ ਉੱਥੇ ਖੜ ਕੇ ਕਿਹਾ ਝੰਡਾ ਚਾੜਤਾ, ਆ ਜਾਓ ਇੱਥੇ ਆ ਕੇ ਗਵਾਹੀ ਕਰੋ, ਇਹ ਉਹਦੀ ਸਟੇਟਮੈਂਟ ਆ। ਸੋ ਇਕਬਾਲ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਉਹਨੇ ਇਕਬਾਲ ਵੀ ਕੀਤਾ ਆ। ਤਾਂ ਇਹਨਾਂ ਨੂੰ ਅਪੀਲ ਆ ਮੇਰੀ ਕਿ ਤੁਹਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਇਹ ਗੱਲ ਚਾਹੁੰਦੇ ਆ ਵੀ ਭਾਈ ਤੇਰੀ ਫਿਲਮ ਚੱਲੇ, ਤੂੰ ਉਹ ਆਪਣੇ ਤਰੀਕੇ ਨਾਲ ਚਲਾ, ਤੂੰ ਦੀਪ ਦੀ ਕੰਟਰੋਵਰਸੀ 'ਚ ਆ ਕੇ ਫਿਲਮ ਚਲਾਉਣ ਦੀ ਕੋਸ਼ਿਸ਼ ਨਾ ਕਰ। ਸਾਡੀ ਸਲਾਹ ਆ ਉਸ ਬੰਦੇ ਨੂੰ ਜੀ। ਤੇ ਬਾਬਾ ਜੀ, ਇਹ ਤੁਹਾਨੂੰ ਨਹੀਂ ਲੱਗਦਾ ਕੋਈ ਜਥੇਬੰਦੀ ਦਾ ਤੁਹਾਨੂੰ ਗਠਨ ਕਰਨਾ ਚਾਹੀਦਾ? ਜਥੇਬੰਦਕ ਤਰੀਕੇ ਨਾਲ ਜੇ ਚੱਲੋ ਤਾਂ ਆਪਣੀ ਗੱਲ ਜੋ ਰੱਖਣੀ ਆ ਉਹ ਲੋਕਾਂ ਦੇ ਸਾਹਮਣੇ ਜ਼ਿਆਦਾ ਬੈਟਰ ਹੋਊਗੀ। ਹਾਂਜੀ, ਨਹੀਂ ਸਮਾਂ ਮੰਗ ਕਰਦਾ ਆ, ਪਰ ਅਸੀਂ ਚਾਹੁੰਦੇ ਆ ਵੀ ਜਿਹੜਾ ਇਹ ਸੰਘਰਸ਼ ਆ ਉਹ ਸਾਰੇ ਸਮੂਹ ਲੋਕ ਲਹਿਰ ਨਾਲ ਹੀ ਲੜਿਆ ਜਾਵੇ। ਇਹਦੇ ਵਿੱਚ ਵੱਖਰਾ ਜਿਹੜਾ ਉਹ ਫਾਨਾ ਨਹੀਂ ਗੱਡਣਾ ਚਾਹੀਦਾ। ਸਾਡੀ ਇਹੀ ਸਲਾਹ ਹੈ। ਕੁਝ ਨੌਜਵਾਨਾਂ ਨੇ, ਮੈਨੂੰ ਪਤਾ ਲੱਗਾ ਹੈ ਕਿ ਸ਼ਾਇਦ ਕੋਈ ਇੱਦਾਂ ਦਾ ਕਦਮ ਪੁੱਟਿਆ ਵੀ ਆ, ਤੇ ਸਾਨੂੰ ਜਦੋਂ 14 ਤਰੀਕ ਤੋਂ ਪਹਿਲਾਂ ਜਿਹੜਾ ਸੁਨੇਹਾ ਆਉਂਦਾ ਆ ਕਿ ਆਪਾਂ ਵੱਖਰੀ ਕੋਈ ਜਥੇਬੰਦੀ ਜਾਂ ਵੱਖਰਾ ਕੋਈ ਇੱਦਾਂ ਦਾ ਸਿਸਟਮ ਨਹੀਂ ਕਰਨਾ, ਸਾਨੂੰ ਮਨਾ ਕਰਕੇ ਸੁਨੇਹਾ ਦੇ ਕੇ, ਤਾਂ ਉੱਥੋਂ ਫਿਰ ਮਤਲਬ ਉੱਥੋਂ ਦੀ ਕੁਝ ਬੰਦੇ ਜਿਹੜੇ ਨੇ ਇੱਕ ਉਹ ਬਣਾ ਲੈਂਦੇ ਨੇ ਨਾ। ਉਹਦਾ ਅਜੇ ਮੈਨੂੰ ਪੱਕਾ ਨਹੀਂ ਪਤਾ ਵੀ ਉਹ ਕਿਸ ਪਰਪਸ ਲਈ ਬਣੀ ਆ, ਕਿਵੇਂ ਬਣੀ ਆ, ਜਾਂ ਕਿਉਂ ਕਿਵੇਂ ਆ ਹਿਸਾਬ ਕਿਤਾਬ। ਜਥੇਬੰਦੀਆਂ ਬਣਨੀਆਂ ਚਾਹੀਦੀਆਂ ਨੇ, ਪਰ ਇਹ ਆ ਵੀ ਫਿਰ ਤਾਲਮੇਲ ਹੋਣਾ ਚਾਹੀਦਾ। ਫਿਰ ਪੰਜਾਬ ਵਿੱਚ ਤਾਂ ਬਹੁਤ ਵੱਡੀ ਜਥੇਬੰਦੀ ਬਣ ਸਕਦੀ ਆ, ਤੇ ਔਰ ਜਿੰਨੇ ਸਾਡੇ ਲਿੰਕ ਨੇ ਜਾਂ ਜਿੰਨੀ ਸੰਗਤ ਦੇ ਵਿੱਚ ਸਾਡਾ ਤਾਲਮੇਲ ਆ, ਤੇ ਸਭ ਤੋਂ ਵੱਡੀ ਪੰਜਾਬ ਦੇ ਨੌਜਵਾਨਾਂ ਦੀ ਜਥੇਬੰਦੀ ਹੋ ਸਕਦੀ ਆ। ਪਰ ਅਸੀਂ ਅਜੇ ਉਹਨਾਂ ਦੀ ਅਗਵਾਈ 'ਚ ਉਹਨਾਂ ਨੂੰ ਸਹਿਯੋਗ ਦੇ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਤਰ੍ਹਾਂ ਤੇ ਅਸੀਂ ਅਲੱਗ-ਅਲੱਗ ਸਾਰੇ ਹੋ ਕੇ ਕਿਤੇ ਨਾ ਕਿਤੇ ਸਾਡੀ ਜਿਹੜੀ ਊਰਜਾ ਹੈ, ਉਹ ਮਤਲਬ ਕਿ ਤਾਕਤ ਆ, ਉਹ ਵੱਖਰੀ ਵੱਖਰੀ ਹੋ ਜਾਊਗੀ। ਇੱਕ ਉਂਗਲ ਕਿਤੇ ਕਿਤੇ ਹੈ ਨਾ, ਆਪਾਂ ਮੁੱਠ ਬਣਾ ਕੇ ਚੱਲਾਂਗੇ। ਕੋਸ਼ਿਸ਼ ਇਹੀ ਹੈ ਸਾਡੀ। ਸੋ ਬਾਬਾ ਜੀ, ਦੀਪ ਸਿੱਧੂ ਤੇ ਲੱਖੇ ਦੀ ਕੇਸ ਦੀ ਪੈਰਵਾਈ ਕਿੱਥੇ ਤੱਕ ਪਹੁੰਚੀ? ਵੇਖੋ, ਜਿਹੜਾ ਲੱਖਾ ਸਿਧਾਣਾ ਆ ਉਹ ਤਾਂ ਅਜੇ ਪੀਓ ਆ ਜੀ। ਉਹਦਾ ਤਾਂ ਆਪਾਂ ਇਹੀ ਕੋਸ਼ਿਸ਼ ਕਰਨਾ ਆ ਵੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਐਵੇਂ ਹੀ ਸੰਗਤਾਂ ਆਪਣੇ ਕਲਾਵੇ 'ਚ ਲੈ ਕੇ ਰੱਖਣ, ਤੇ ਉਹਦਾ ਜਿਹੜਾ ਪਰਚਾ ਆ, ਝੂਠਾ ਪਰਚਾ, ਉਹ ਰੱਦ ਹੋਏ। ਤੇ ਜਿਹੜਾ ਦੀਪ ਸਿੱਧੂ ਆ ਉਹਦੀ ਜਿਹੜੀ ਜ਼ਮਾਨਤ ਪਰਮਾਤਮਾ ਕਰੇ ਹੋਏ, ਤੇ ਉਹਦਾ ਜਿਹੜਾ ਕੇਸ ਉਹਦਾ ਬ੍ਰਦਰ ਤੇ ਕੁਝ ਹੋਰ ਵਕੀਲ ਰਲ ਮਿਲ ਕੇ ਲੜ ਰਹੇ ਆ। ਤੇ ਦੀਪ ਸਿੱਧੂ ਵਾਲਾ ਜਿਹੜਾ ਆ ਉਹ ਵੀ ਵੇਖੋ ਇੱਕ ਪੋਲੀਟੀਕਲ ਕੇਸ ਹੈ, ਇੱਕ ਸਰਕਾਰ ਵੱਲੋਂ ਪਾਇਆ ਗਿਆ। ਕ੍ਰਿਮੀਨਲ ਤਾਂ ਹੈ ਨਹੀਂ ਉਹ, ਤੇ ਉਹ ਇੱਕ ਵੱਡੇ ਸਿਸਟਮ ਦੇ ਵਿੱਚੋਂ ਆਇਆ ਹੈ, ਤਾਂ ਉਹਨੂੰ ਜਾਣਬੁੱਝ ਕੇ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਕੀਆਂ ਸਿੰਘਾਂ ਦੇ ਜਿਹੜੇ ਕੇਸ ਨੇ ਉਹ ਬਰੀ ਹੋਏ ਨੇ। ਉਸੇ ਆਧਾਰ ਦੇ ਉੱਤੇ ਹੀ ਜਿਹੜੀ ਜ਼ਮਾਨਤ ਆ ਉਹ ਦੀਪ ਸਿੱਧੂ ਦੀ ਵੀ ਹੋਏਗੀ। ਤੇ ਇਹ ਗੱਲ ਨਹੀਂ ਅਸੀਂ ਤੈਅ ਕਰ ਸਕਦੇ ਕਿੱਦਣ ਹੋਊਗੀ, ਕਿਉਂਕਿ ਇਹ ਕਾਨੂੰਨ ਦਾ ਮਸਲਾ ਆ। ਉਸ ਹਿਸਾਬ ਨਾਲ ਸਾਡੇ ਵਕੀਲ ਜਿਹੜੇ ਨੇ ਉਹ ਜ਼ੋਰ ਲਾ ਰਹੇ ਨੇ, ਤੇ ਬੜੀ ਜਲਦੀ ਜਿਹੜਾ ਆ ਉਹ ਮਹਾਰਾਜ ਕਿਰਪਾ ਕਰੂਗਾ। ਸੋ ਪਿੱਛੇ ਜੇ ਪਲਵਿੰਦਰ ਸਿੰਘ ਤਲਵਾੜਾ ਉਹਨਾਂ ਨੂੰ 5 ਸਾਲ ਦੀ ਸਜ਼ਾ ਹੋਈ ਆ, ਉਹਦੇ ਬਾਰੇ ਦੱਸਿਓ ਜੀ। ਹਾਂਜੀ, ਪਲਵਿੰਦਰ ਸਿੰਘ ਤਲਵਾੜਾ 2012 ਦੇ ਵਿੱਚ ਇੱਕ ਕੇਸ ਸੀਗਾ, ਜਿਹੜਾ ਕਿ ਉਹਨੂੰ ਆਪਾਂ ਇਹ ਤਾਂ ਕਹਿ ਸਕਦੇ ਹਾਂ ਹੈ ਤਾਂ ਪਿੰਡ ਦੇ ਸਾਂਝੇ ਜ਼ਮੀਨ ਜਿਹੜੀ ਸ਼ਾਮਲਾਟ ਹੁੰਦੀ ਆ, ਉਹ ਧੱਕੇ ਨਾਲ ਕੋਈ ਵਾਹੁਣ ਦੀ ਜਾਂ ਦੱਬਣ ਦੀ ਕੋਸ਼ਿਸ਼ ਸੀ। ਮੈਨੂੰ ਪੂਰੀ ਗੱਲ ਦਾ ਨਹੀਂ ਪਤਾ, ਪਰ ਦੂਜੀ ਜਿਹੜੀ ਧੇਰਾ ਸਾਹਮਣੇ ਵਾਲੀ ਉਹਦੇ ਉੱਤੇ 68 ਕੇਸ ਦਰਜ ਹੋਏ ਆ ਪਿੰਡ ਵੱਲੋਂ, ਤੇ ਉਹ ਬੰਦਿਆਂ ਨੇ ਆ ਕੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਹਦੇ ਉੱਤੇ ਜਿਹੜਾ ਆ ਮਤਲਬ ਆਪਣੇ ਡਿਫੈਂਸ 'ਚ ਉਹਨਾਂ ਨੇ ਜਿਹੜਾ ਉਹ ਫਾਇਰ ਕੀਤਾ ਸੀ। ਤਾਂ ਉਹਦੇ ਵਿੱਚ ਜਿਹੜੀ ਆ ਉਹਨੂੰ 5 ਸਾਲ ਦੀ ਜਿਹੜੀ ਸਜ਼ਾ ਹੋਈ ਆ। ਤੇ ਉਹ ਅਸੀਂ ਇਹ ਸਮਝਦੇ ਹਾਂ ਕਿ ਵੇਖੋ, ਅਸੀਂ 100% ਤੇ ਨਹੀਂ ਕਹਿ ਸਕਦੇ, ਪਰ ਉਹਦੇ ਵਕੀਲ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਖਦਸ਼ਾ ਆ ਇਹ ਕੇਸ ਅੱਗੇ ਜਾ ਸਕਦਾ ਸੀ। ਕਾਹਲੀ ਨਾਲ ਜਿਹੜਾ ਉਹ ਫੈਸਲਾ ਦੇ ਦਿੱਤਾ ਗਿਆ ਪਲਵਿੰਦਰ ਸਿੰਘ ਤਲਵਾੜੇ ਹੋਣਾ ਦਾ ਜੀ। ਤੇ ਬਾਬਾ ਜੀ, ਇੱਕ ਹੋਰ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਆ ਵੀ ਸਰਕਾਰ ਵੱਲੋਂ ਜਾਂ ਹੋਰ ਜੋ ਏਜੰਸੀਆਂ ਨੇ ਉਹਨਾਂ ਵੱਲੋਂ ਲੱਖੇ ਸਿਧਾਣੇ ਦਾ ਕਤਲ ਕਰਵਾਇਆ ਜਾ ਸਕਦਾ। ਦੇਖੋ, ਇਹ ਗੱਲ ਤੋਂ ਅਵੇਅਰ ਰਹਿਣਾ ਚਾਹੀਦਾ ਲੱਖੇ ਨੂੰ ਬਿਲਕੁਲ ਹੀ,
ਸਾਡੇ ਕੋਲ ਵੀ ਅਸੀਂ ਤਾਂ ਮੈਂ ਤਾਂ ਸਦਾ ਹੀ ਖਦਸ਼ਾ ਕਰਨਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਜਦੋਂ ਇਦਾਂ ਦੀ ਗੱਲ ਹੋਏ ਭੀੜ ਦੇ ਵਿੱਚ ਬੰਦੇ ਨੂੰ ਮਾਰ ਕੇ ਉਹਦਾ ਪਤਾ ਹੀ ਨਹੀਂ ਲੱਗਣਾ ਕੌਣ ਮਾਰ ਗਿਆ ਕੀ ਕਰ ਗਿਆ, ਸੁਚੇਤ ਰਹਿਣ ਦੀ ਲੋੜ ਆ ਅਤੇ ਉਹਨੂੰ ਆਪਣਾ ਜਿਹੜਾ ਖਿਆਲ ਰੱਖਣਾ ਚਾਹੀਦਾ ਪੂਰਾ। ਇਹ ਗੱਲਾਂ ਹੋ ਸਕਦੀਆਂ ਨੇ, ਵਾਪਰ ਸਕਦੀਆਂ ਨੇ, ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਬਾਬਾ ਜੀ ਕੋਈ ਆਖਰੀ ਸੰਦੇਸ਼, ਕੋਈ ਅਪੀਲ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ? ਜਥੇਬੰਦੀਆਂ ਨੂੰ ਇਹ ਅਪੀਲ ਆ ਕਿ ਭਾਈ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣੇ ਕਲਾਵੇ ਚਲਾਉਣ ਲੈਣ ਅਤੇ ਵੱਡਾ ਜਿਗਰਾ, ਵੱਡਾ ਹੌਸਲਾ ਅਤੇ ਖੁੱਲ੍ਹੇ ਮਨ ਨਾਲ ਚੱਲਣ। ਸੌੜੀ ਸੋਚ ਦਾ ਪ੍ਰਗਟਾਵਾ ਕੋਈ ਵੀ ਨਾ ਕਰੇ, ਕੋਈ ਵੀ ਲੀਡਰ, ਕੋਈ ਵੀ ਨੌਜਵਾਨ ਇੱਕ ਦੂਜੇ ਦੇ ਖਿਲਾਫ ਨਾ ਬੋਲਣ। ਇੱਕ ਸਮਾਂ ਆ ਸਾਨੂੰ ਹੁਣ ਜਿਹੜਾ ਸਿੱਧਤ ਸੈਂਟਰ ਗੌਰਮੈਂਟ ਨਾਲ ਕਰਨ ਦੀ, ਜਿਹੜਾ ਮੋਦੀ ਸਰਕਾਰ ਜਿਹੜੀ ਜ਼ੁਲਮ ਕਰ ਰਹੀ ਆ, ਜਿਹਨੇ ਬੜੇ ਵੱਡੇ ਜ਼ੁਲਮ ਕੀਤੇ ਨੇ, ਉਹਦੇ ਵੱਲ ਨੂੰ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਆ। ਸਾਡਾ ਘਰੇਲੂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣਾ, ਇੱਕ ਦੂਜੇ ਨਾਲ ਲੜਨਾ ਝਗੜਨਾ, ਇਹ ਸਾਰਾ ਕੁਝ ਬੰਦ ਕਰਨਾ ਚਾਹੀਦਾ। ਮੇਰੀ ਇਹੀ, ਮੈਂ ਮੋਤੀ ਬਾਗ ਗੁਰੂ ਘਰ ਖੜਾ, ਮੇਰੀ ਅਪੀਲ ਆ ਸੰਗਤ ਨੂੰ ਵੀ ਮੈਂ ਬਿਲਕੁਲ ਨਹੀਂ ਨਿਰਸਵਾਰਥ ਗੱਲ ਕਹਿ ਰਿਹਾ ਕਿ ਮੇਰੀ ਇਹ ਗੱਲਾਂ ਜਿਹੜੀਆਂ ਨੇ ਕਈਆਂ ਨੂੰ ਐਂ ਲੱਗਦੀਆਂ ਨੇ ਵੀ ਇਹ ਕਾਮਰੇਡਾਂ ਨੂੰ ਜਾਂ ਲੀਡਰਾਂ ਨੂੰ ਕੁੱਤੇ ਕੰਜਰ ਜਾਂ ਐਵੇਂ ਦੀਆਂ ਗੱਲਾਂ ਕਿਉਂ ਨਹੀਂ ਕਰਦਾ ਹੈਗਾ। ਮੈਂ ਇਸ ਗੱਲ ਤੋਂ ਸਖਤ ਗਰੇਜ ਕਰਨਾ ਕਿ ਜਿਹੜੀ ਆਪਣੀ ਭਾਸ਼ਾ ਆ ਸਿੱਖ ਦੀ, ਉੱਤੇ ਥੋੜ੍ਹਾ ਕੰਟਰੋਲ ਚਾਹੀਦਾ ਆ, ਕਿਉਂਕਿ ਅਸੀਂ ਇੱਦਾਂ ਦੀ ਭਾਸ਼ਾ ਵਰਤ ਕੇ ਵੀ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ। ਗੱਲ ਤਾਂ ਲੌਜਿਕ ਨਾਲ ਹੀ ਹੋਣੀ ਆ, ਲੌਜਿਕ ਨਾਲ ਹੀ ਅਸੀਂ ਗੱਲ ਕਰ ਸਕਦੇ ਹਾਂ। ਸੋ ਸਾਨੂੰ ਇੱਕ ਦੂਜੇ ਨੂੰ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਜਿਹਨੇ ਗੁਨਾਹ ਕੀਤੇ ਨੇ ਉਹਦਾ ਫੈਸਲਾ ਇਸ ਪੰਥ ਦੀ ਕਚਹਿਰੀ ਦੇ ਵਿੱਚ ਹੋਣਾ ਆ। ਕੌਣ ਨਾਇਕ ਆ, ਕੌਣ ਖਲਨਾਇਕ ਆ, ਇਹਦਾ ਫੈਸਲਾ ਇਤਿਹਾਸ ਨੇ ਕਰ ਦੇਣਾ ਆ। ਕਿਸੇ ਬੰਦੇ ਦੇ ਵਾਸਤੇ ਦੀ ਕੋਈ ਗੱਲ ਨਹੀਂ। ਜਿਨ੍ਹਾਂ ਵਾਸਤੇ ਕਦੀ ਭਗਤ ਸਿੰਘ ਖਲਨਾਇਕ ਸੀ, ਸਾਡੇ ਵਾਸਤੇ ਉਸ ਦਾ ਨਾਇਕ ਰਿਹਾ। ਸੋ ਇਹ ਫੈਸਲੇ ਇਤਿਹਾਸ ਨੇ ਕਰਨੇ ਨੇ, ਮੈਂ ਜਾਂ ਤੁਸੀਂ ਨਹੀਂ ਕਰਨੇ ਵੀ ਕੌਣ ਕੀ ਆ। ਹਾਂਜੀ ਹਾਂਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਬਾਬਾ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਨੇ ਗੱਲ ਕਹੀ ਹੈ ਵੀ ਜਥੇਬੰਦੀਆਂ ਨੂੰ ਕਲਾਵਾ ਵੱਡਾ ਕਰਨਾ ਚਾਹੀਦਾ, ਨੌਜਵਾਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਸਫਰ TV।